ਸ੍ਰੀ ਵਾਹਿਗੁਰੂ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਜੀਵਨ ਪਦਵੀ ਹਰਿ ਕੇ ਦਾਸੋ। ਜਿਨ ਮਿਲਿਆ ਆਤਮ ਪਰਗਾਸੋ। ਜੀਵਨ ਪਦਵੀ ਹਰਿ ਕੇ ਦਾਸੋ। ਜਿਨ ਮਿਲਿਆ ਆਤਮ ਪਰਗਾਸੋ। ਹਰਿ ਕਾ ਸਿਮਰਨ ਸੁਨ ਮਨ ਕਾਨੀ। ਸੁਖ ਪਾਵਹਿ ਹਰਿ ਦੁਆਰ ਪਰਾਨੀ। ਆਠ ਪਹਿਰ ਧਿਆਈਐ ਗੋਪਾਲੋ। ਨਾਨਕ ਦਰਸ਼ਨ ਦੇਖ ਨਿਹਾਲੋ। ਆਠ ਪਹਿਰ ਧਿਆਈਐ ਗੋਪਾਲੋ। ਨਾਨਕ ਦਰਸ਼ਨ ਦੇਖ ਨਿਹਾਲੋ। ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪੰਜਵਾ। ਰਹਿੰਦੇ ਖੋਂਦੇ ਨਿੰਦਕ ਮਾਰਿਅਨ। ਕਰ ਆਪੇ ਆਹਰੋ। ਸੰਤ ਸਹਾਈ ਨਾਨਕ ਵਰਤੈ ਸਭ ਜਾਹਰੋ। ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਰਹਿੰਦੇ ਖੋਹੰਦੇ ਨਿੰਦਕ ਮਾਰਿਅਨ। ਕਰ ਆਪੇ ਆਹਰ। ਜੋ ਸਦਾ ਕੁਸੰਗ ਵਿੱਚ ਰਹਿੰਦੇ ਸੀ, ਜੋ ਗੁਰੂ ਜੀ ਦੇ ਨਾਲ ਈਰਖਾ ਰੱਖਦੇ ਸੀ, ਸੋ ਨਿੰਦਕ ਆਪੇ ਹੀ ਵਾਹਿਗੁਰੂ ਨੇ ਉਦਮ ਕਰਕੇ ਮਾਰੇ ਨੇ।
ਭਾਵ ਇਹ ਕਿ ਜੋ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਿੰਦਕ ਸੀ, ਸੋ ਪਰਮੇਸ਼ਰ ਨੇ ਪਹਿਲੇ ਹੀ ਮਾਰ ਦਿੱਤੇ। ਜੈਸੇ ਖਡੂਰ ਵਿੱਚ ਜੋਗੀ ਸੀ, ਜੋ ਕੁਝ ਰੱਖੇ ਹੋਏ ਸੀ ਸੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਮਾਰ ਦਿੱਤੇ। ਬੇਨਤੀ ਕੀਤੀ ਪਾਤਸ਼ਾਹ ਗਰੀਬ ਨਵਾਜ, ਤਿੰਨਾਂ ਦੇ ਮਾਰਨੇ ਨੂੰ ਪਰਮੇਸ਼ਰ ਨੇ ਆਪ ਆਹਰ ਕਿਉਂ ਕੀਤਾ? ਕਿਉਂ ਉਸ ਪਰਮੇਸ਼ਰ ਨੇ ਆਪ ਆਹਰ ਕੀਤਾ? ਕਾਰਨ ਕੀ ਹੋਇਆ? ਪਾਤਸ਼ਾਹ ਫਰਮਾਉਂਦੇ ਨੇ, ਸੰਤ ਸਹਾਈ ਨਾਨਕਾ ਵਰਤੈ ਸਭ ਜਾਹ। ਸੰਪੂਰਨ ਸੰਤ ਜਨਾਂ ਦਾ ਸਹਾਈ ਹੋ ਕੇ ਮੇਰਾ ਵਾਹਿਗੁਰੂ ਪ੍ਰਗਟ ਵਰਤ ਰਿਹਾ। ਜੋ ਉਸਦੇ ਪਿਆਰੇ ਨੂੰ ਕੋਈ ਦੁੱਖ ਦੇਵੇ, ਪਰਮੇਸ਼ਰ ਉਸ ਨੂੰ ਬਖਸ਼ਦਾ ਨਹੀਂ। ਜ਼ਾਹਰ ਹੋ ਕੇ ਵਰਤਦਾ ਹੈ, ਸਜ਼ਾਵਾਂ ਦਿੰਦਾ ਹੈ ਤਤਕਾਲ। ਕੋਈ ਉਸ ਨਾਲ ਰਿਆਤ ਨਹੀਂ ਹੁੰਦੀ, ਕਿਉਂਕਿ ਉਹ ਭਗਤਾਂ ਦਾ ਪਿਆਰਾ ਹੈ। ਆਪਣਿਆਂ ਜਨਾਂ ਦੀ ਪ੍ਰਤਿੱਗਿਆ ਪੈਜ ਮੇਰਾ ਵਾਹਿਗੁਰੂ ਆਪ ਰੱਖਦਾ ਹੈ। ਅੱਜ ਦਾ ਨਹੀਂ, ਆਦ ਤੋਂ ਰੱਖਦਾ ਆਇਆ, ਅੱਜ ਵੀ ਰੱਖਦਾ ਹੈ। ਜੇ ਕੋਈ ਸੱਚਾ ਬਣ ਜਾਵੇ ਫਿਰ ਸੱਚੇ ਨੂੰ ਉਹ ਪਿਆਰਾ ਲੱਗਦਾ ਹੈ। ਮਹੱਲਾ ਪੰਜਵਾਂ। ਮੁੰਡੋਂ ਭੁੱਲੇ ਮੁੰਡ ਤੇ ਕਿੱਥੈ ਪਾਇਨ ਹੱਥ, ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥੋ। ਜੋ ਮੂਲ ਰੂਪ ਪਰਮੇਸ਼ਰ ਤੋਂ ਆਦਿ ਤੋਂ ਜਨਮ ਕਾਲ ਤੋਂ ਭੁੱਲ ਗਏ ਨੇ ਭਾਈ, ਉਹ ਕਿੱਥੇ ਹੱਥ ਪਾਵਣਗੇ? ਭਾਵ ਕਿ ਉਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ। ਜੋ ਕਰਨ ਕਾਰਨ ਸਮਰੱਥ ਵਾਹਿਗੁਰੂ ਹੈ, ਤਿਸ ਨੇ ਉਹ ਮਾਰੇ ਹੋਏ ਨੇ। ਪੌੜੀ ਮਹੱਲਾ ਪੰਜਵਾਂ। ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣੀ। ਜੋ ਪ੍ਰਾਣੀ ਰਾਤ ਨੂੰ ਉਪਲਖਤ ਸਰਬ ਪ੍ਰਕਾਰ ਦੇ ਸ਼ਸਤਰ ਲੈ ਕੇ ਚੱਲਦੇ ਨੇ, ਉਹਨਾਂ ਨੂੰ ਪ੍ਰਭੂ ਤਾਂ ਜਾਣਦਾ ਹੈ ਕਿ ਰਾਤਨ ਨੂੰ ਘਰੋਂ ਨਿਕਲਿਆ ਸ਼ਸਤਰ ਲੈ ਕੇ ਇਹ ਜਗਤ ਵਿੱਚ ਕੁਝ ਕਰੇਗਾ। ਜਗਤ ਨੂੰ ਸੁੱਤਾ ਜਾਣ ਲਿਆ ਕਿ ਸੁੱਤਾ ਹੈ ਸੰਸਾਰ, ਲੁੱਟ ਲਵਾਂ ਕੁਝ ਤੋਂ ਕੁਝ ਕਰ ਲਵਾਂ। ਪਰ ਪਰਮੇਸ਼ਰ ਤਾਂ ਜਾਣਦਾ ਹੈ, ਉਸ ਤੋਂ ਕੁਝ ਛੁਪਾਇਆ ਨਹੀਂ ਜਾ ਸਕਦਾ। ਤਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ। ਭਾਈ ਇਸਤਰੀਆਂ ਨੂੰ ਤੱਕਦੇ ਨੇ, ਤਿੰਨਾਂ ਦੇ ਭੂਖਣ ਦੇਖਦੇ ਨੇ, ਅਮਕੀ ਬਹੁਤ ਰਾਤ ਨੂੰ ਉਤਾਰੀ। ਅਸਥਾਨਾਂ ਦੇ ਵਿੱਚ ਭੂਖਣ ਉਤਾਰਨੇ ਦੇ ਵਾਸਤੇ ਲੁਕ ਜਾਂਦੇ ਨੇ, ਕਿਉਂਕਿ ਪੁਰਾਣਕ ਸਮਿਆਂ ਵਿੱਚ ਚੋਰ ਇੰਝ ਕਰਦੇ ਸੀ, ਲੁਕ ਜਾਣਾ ਫਿਰ ਲੁੱਟ ਲੈਣਾ। ਸੰਨੀ ਦੇਖ ਵੇਖਾਮ ਥਾਏ ਮਿੱਠਾ ਮਦ ਮਾਣੀ। ਪਾਤਸ਼ਾਹ ਫਰਮਾਉਂਦੇ ਨੇ, ਕਠਨ ਦੇ ਅਸਥਾਨਾਂ ਵਿੱਚ ਜਾ ਕੇ ਸੰਨ ਮਾਰਦੇ ਨੇ ਚੋਰ। ਉਹ ਪਦਾਰਥ ਚੋਰੀ ਕਰਕੇ ਮਿੱਠੇ ਭੋਜਨ ਸ਼ਰਾਬ ਆਦਿ ਭੋਗਦੇ ਨੇ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ। ਆਪੋ ਆਪਣੇ ਕਰਮਾਂ ਦੇ ਅਨੁਸਾਰ ਸਤਸੰਗੀ ਜਨੋਂ ਆਪ ਹੀ ਪਛਤਾਪ ਕਰਦੇ ਨੇ। ਫਿਰ ਪਛਤਾਵਾ ਰਹਿ ਜਾਂਦਾ ਹੈ ਮਨੁੱਖ ਦੇ ਹੱਥ। ਚੋਰੀਆਂ ਕੁਝ ਤੋਂ ਕੁਝ ਜਗਤ ਵਿੱਚ ਕਰਦਾ, ਪਰ ਫਿਰ ਭੁਗਤਣੀਆਂ ਵੀ ਪੈਂਦੀਆਂ ਨੇ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਦ। ਚੰਗੇ ਤੇ ਮਾੜੇ ਕਰਮ ਜੋ ਕਰਦੇ ਹਾਂ, ਉਹ ਧਰਮ ਰਾਜ ਦੇ ਹਜੂਰ ਵਿਚਾਰੇ ਜਾਂਦੇ ਨੇ।
ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖੋਟਿਆਂ ਤੇ ਖਰਿਆਂ ਦੀ ਸਤਸੰਗੀ ਜਨੋਂ ਪਰਖ ਹੁੰਦੀ ਹੈ ਵਾਹਿਗੁਰੂ ਦੀ ਦਰਗਾਹ ਵਿੱਚ। ਖਰੇ ਖਜ਼ਾਨੇ ਪਾਈ ਹੈ, ਖੋਟੇ ਸਟੀ ਹੈ ਬਾਹਰ ਵਾਰ। ਸਵੱਛ ਨਿਰਮਲ ਕਰਮ, ਉਹ ਤਾਂ ਖਜ਼ਾਨੇ ਭਾਵ ਸੱਚਖੰਡ ਵਿੱਚ ਜਾਂਦੇ ਨੇ, ਔਰ ਖੋਟੇ ਨਰਕਾਂ ਵਿੱਚ ਘੱਤੇ ਜਾਂਦੇ ਨੇ। ਅਜਰਾਇਲ ਫਰਸਤਾ ਤਿਲ ਪੀੜੇ ਕਹਾਣੀ, ਸਤਿਗੁਰੂ ਫਰਮਾਉਂਦੇ ਨੇ ਜੋ ਜਾਨ ਨਿਕਾਲਣੇ ਵਾਲਾ ਜਮਦੂਤ, ਜਦੋਂ ਜਮਦੂਤ ਲੈਣ ਆਉਂਦੇ ਨੇ ਮਨ ਮੁਖ ਨੂੰ, ਸਾਕਤ ਪੁਰਸ਼ ਨੂੰ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ, ਬਚਨ ਨਹੀਂ ਕਮਾਇਆ, ਮਾੜੇ ਕਰਮਾਂ ਵਿੱਚ ਪ੍ਰਵਿਰਤੀ ਹੈ, ਇਸ ਅਮੋਲਕ ਜਨਮ ਦਾ ਜਿਨ੍ਹਾਂ ਨੇ ਲਾਹਾ ਨਹੀਂ ਲਿਆ। ਅਜਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ, ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ ਹੈ ਕੋਲੂ ਵਿੱਚ ਪਾ ਕੇ, ਫਿਰ ਤਿਲਾਂ ਦੀ ਕਹਾਣੀ ਨਿਕਲਦੀ ਹੈ। ਤੇਲ ਜਗਤ ਵਿੱਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਫਿਰ ਜਮਦੂਤ ਉਹਨਾਂ ਮਨ ਮੁਖਾਂ ਨਾਲ ਇਹ ਵਰਤਾਰੇ ਵਰਤਦੇ ਨੇ। ਜਮਦੂਤ ਸਜ਼ਾਵਾਂ ਦਿੰਦੇ ਨੇ, ਉੱਥੇ ਫਿਰ ਕੋਈ ਕੂਕ ਪੁਕਾਰ ਨਹੀਂ ਸੁਣੀ ਜਾਂਦੀ। ਉੱਥੋਂ ਤਾਂ ਸੱਚੋ ਸੱਚ ਦੇ ਨਿਵੇੜੇ ਨੇ। ਜਗਤ ਵਿੱਚ ਵੱਡੀ ਹਲਾਲੀ ਝੂਠ ਚੱਲਦਾ ਹੈ, ਪਰ ਮੇਰੇ ਸੱਚੇ ਵਾਹਿਗੁਰੂ ਦੀ ਦਰਗਾਹ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਸੱਚੋ ਸੱਚ ਦੇ ਨਿਵੇੜੇ ਹੋਣੇ ਨੇ, ਕਿਉਂਕਿ ਇੱਕ ਦਿਨ ਤਾਂ ਇਸ ਜਗਤ ਤੋਂ ਜਾਣਾ ਪਵੇਗਾ। ਸਦੀਵੀ ਆਪਾਂ ਰਹਿ ਨਹੀਂ ਸਕਦੇ। ਫਿਰ ਮਨੁੱਖ ਸਜ਼ਾਵਾਂ ਦਾ ਹੱਕਦਾਰ ਹੋ ਜਾਂਦਾ ਹੈ, ਦੁੱਖ ਪਾਉਂਦਾ ਹੈ, ਸਜ਼ਾਵਾਂ ਮਿਲਦੀਆਂ ਨੇ। ਭਗਤ ਕਬੀਰ ਜੀ ਮਹਾਰਾਜ ਜੀ ਦਾ ਵੀ ਬੜਾ ਸੁੰਦਰ ਬਚਨ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਭਾਈ ਜਮਾਂ ਦੀ ਮਾਰ ਬੜੀ ਬੁਰੀ ਹੈ, ਤੇ ਤੂੰ ਸਹਾਰੀ ਨਹੀਂ ਜਾਣੀ। ਮੈਨੂੰ ਵੀ ਇੱਕ ਰੱਬ ਦਾ ਪਿਆਰਾ ਜੁੜਿਆ ਹੋਇਆ ਮਿਲਿਆ, ਮੈਂ ਪੱਲੇ ਨਾਲ ਲੱਗ ਕੇ ਤਰ ਜਾਵਾਂਗਾ, ਤੁਸੀਂ ਵੀ ਤਰ ਜਾਵੋ। ਸੰਗ ਕਰੋ ਰੱਬ ਦੇ ਜਨ ਦਾ ਜੋ ਮਿਲਿਆ ਹੈ, ਕਿਉਂਕਿ ਜਮਾਂ ਦੀ ਮਾਰ ਸੋਟਾ ਬੜਾ ਬੁਰਾ ਹੈ, ਉਹ ਸਹਾਰਿਆ ਨਹੀਂ ਜਾਣਾ। ਖਿੰਨ ਪਲ ਦਾ ਵੀ ਹਿਸਾਬ ਦੇਣਾ ਪਵੇਗਾ, ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਕਰਮ ਕਰਦੇ ਹਾਂ ਉਹ ਲਿਖੇ ਜਾ ਰੱਖੇ ਨੇ। ਆਪੇ ਬੀਜ ਆਪੇ ਹੀ ਖਾਓ, ਜੋ ਬੀਜਿਆ ਉਹ ਵੱਢਣਾ ਤਾਂ ਪਵੇਗਾ। ਸਲੋਕ ਮਹੱਲਾ ਪੰਜਵਾਂ, ਸੇਵਕ ਸੱਚੇ ਸਾਹਾਂ ਕੇ ਸੀ ਪਰਵਾਨ। ਪਾਤਸ਼ਾਹ ਫਰਮਾਉਂਦੇ ਨੇ ਜੋ ਵਾਹਿਗੁਰੂ ਸੱਚੇ ਸ਼ਾਹ ਮੇਰੇ ਪਾਤਸ਼ਾਹ ਦੇ ਸੇਵਕ ਨੇ, ਚਾਕਰ ਨੇ, ਉਹ ਪੁਰਸ਼ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ ਭਾਈ। ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਆ ਜਾਣ। ਜੋ ਦੂਜਾ ਸੇਵਦੇ ਨੇ ਸੋ ਅਗਿਆਤ ਜਲ ਜਲ ਕਰਕੇ ਮੁਏ ਨੇ। ਮਹੱਲਾ ਪੰਜਵਾਂ, ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ। ਰਾਮ ਨਾਮ ਧਨ ਵਖਰੋ ਨਾਨਕ ਸਦਾ ਧਿਆਏ। ਜੋ ਪਰਿਪੂਰਨ ਪਰਮਾਤਮਾ ਨੇ ਆਪ ਤੋਂ ਲੇਖ ਲਿਖਿਆ, ਉਹ ਮੇਟਿਆ ਨਹੀਂ ਜਾਂਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ। ਜੋ ਮੇਰੇ ਵਾਹਿਗੁਰੂ ਨੇ ਆਪਣੇ ਮਸਤਕ 'ਤੇ ਲੇਖ ਲਿਖ ਦਿੱਤੇ ਨਹੀਂ, ਉਹ ਮਿਟਦੇ ਨਹੀਂ, ਅਮੇਟ ਨੇ। ਪਰ ਗੁਰੂ ਦੀ ਸ਼ਰਨ ਵਿੱਚ ਆਇਆ, ਵੱਡਾ ਦੁੱਖ ਛੋਟਾ ਹੋ ਕੇ ਨਿਕਲ ਜਾਂਦਾ ਹੈ। ਇਹ ਸੂਲੀ ਤੋਂ ਸੂਲ ਬਣ ਕੇ ਉਹ ਦੂਰ ਹੋ ਜਾਂਦਾ। ਭੋਗਣਾ ਤਾਂ ਅਵਸ਼ ਪੈਂਦਾ ਹੈ।
ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਐਸੀ ਬਲ ਵਾਲੀ ਗਤੀ ਕਰਮਾਂ ਦੀ ਹੈ। ਕਿਉਂਕਿ ਮਨੁੱਖ ਨੇ ਸਵੈਮ ਉਹ ਕਰਮ ਕੀਤੇ ਨੇ। ਜੇ ਬਖਸ਼ਾ ਲਵੇ, ਸਾਧੂ ਦੇ ਚਰਨ ਫੜ ਲਵੇ, ਬਖਸ਼ਿਆ ਵੀ ਜਾ ਸਕਦਾ ਹੈ। ਕਿਉਂਕਿ ਉਹ ਰੱਬ ਦੇ ਪਿਆਰੇ ਨੇ, ਜਨ ਨੇ ਉਹਨਾਂ ਦਾ ਕਿਹਾ ਦਰਗਾਹ ਵਿੱਚ ਚੱਲਦਾ ਹੈ। ਪਰ ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ, ਰਾਮ ਨਾਮ ਧਨ ਵਖਰੋ ਨਾਨਕ ਸਦਾ ਧਿਆਏ। ਜੋ ਰਾਮ ਦਾ ਨਾਮ ਰੂਪ ਮਾਲ ਹੈ, ਸੋ ਧਨ ਤਾਂ ਜੋਗ ਧਨ ਹੈ ਪਾਈ। ਉਸ ਸਦੀਵ ਕਾਲ ਧਿਆਵਣਾ ਕਦ ਜਪਣਾ ਕਰ, ਕਿ ਇਸ ਸੌਦੇ ਕਰਕੇ ਲੋਕ ਪਰਲੋਕ ਵਿੱਚ ਤੇਰੀ ਉਸਤਤ ਵਡਿਆਈ ਹੋਵੇਗੀ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਪੌੜੀ ਮਹੱਲਾ ਪੰਜਵਾਂ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੈ ਰੱਖੈ, ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੈ ਰੱਖੈ। ਜਿਸਨੇ ਨਾਰਾਇਣ ਸੇ ਲਿਆ, ਭਾਗਣਾ ਨਾ ਠੂੰਗਣਾ ਭਾਗਣਾ, ਭਾਵ ਜੋ ਵਾਹੇ ਗੁਰੂ ਤੋਂ ਬੇਮੁਖ ਹੋ ਗਿਆ, ਬੇਮੁਖ ਹੋਏ ਰਾਮ ਤੇ ਲੱਗਨ ਜਨਮ ਬਜੋਗ। ਮੈਂ ਕਤਕ ਦਾ ਮਹੀਨੇ ਪ੍ਰਤੀ ਪਾਤਸ਼ਾਹ ਦੇ ਬਚਨ ਨੇ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋ। ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਨ ਜਨਮ ਬਜੋਗ। ਖਿੰਨ ਮੈਂ ਕੌੜੇ ਹੋਏਗੇ ਜਿਤੜੇ ਮਾਇਆ। ਫਿਰ ਐਸਾ ਸਮਾਂ ਆ ਜਾਂਦਾ, ਮਾਇਆ ਦੇ ਭੋਗਾਂ ਨੂੰ ਮਿੱਠੇ ਕਰਕੇ ਭੋਗਦਾ ਮਾਣਦਾ, ਪਰ ਐਸੀ ਔਖ ਦੀ ਘੜੀ ਆ ਗਈ, ਖਿੰਨ ਵਿੱਚ ਕੌੜੇ ਜ਼ਹਿਰਵਤ ਉਹ ਰਸ ਹੋ ਗਏ। ਕਿਉਂਕਿ ਬੇਮੁਖ ਹੋਇਆ ਸੀ ਉਸ ਦਾਤੇ ਪਰਵਦਗਾਰ ਤੋਂ, ਜਿਸ ਮਾਲਕ ਨੇ ਸੁੱਖ ਆਰਾਮ ਭੋਗ ਬਖਸ਼ੇ ਸੀ, ਸੁੰਦਰ ਤਨ ਦਿੱਤਾ ਸੀ, ਉਸ ਦਾਤੇ ਨੂੰ ਭੁਲਾਇਆ। ਫਿਰ ਦੁੱਖ ਤਾਂ ਆਉਣੇ ਨੇ, ਕਿਉਂਕਿ ਉਸ ਦਾਤੇ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਤਾਂ ਸਭਨਾਂ ਨੂੰ ਜਾਣਦਾ ਹੈ, ਦੇਖਦਾ ਹੈ। ਸੁੱਖ ਦੇਵਣ ਵਾਲਾ ਵੀ ਉਹ, ਦੁੱਖ ਦੇਵਣ ਵਾਲਾ ਵੀ ਉਹੀ ਹੈ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੈ ਰੱਖੈ। ਪਾਤਸ਼ਾਹ ਫਰਮਾਉਂਦੇ ਨੇ, ਜਿਸਨੇ ਨਾਰਾਇਣ ਤੋਂ ਲਿਆ, ਭਾਗਣਾ ਭਾਵ ਜੋ ਵਾਹਿਗੁਰੂ ਤੋਂ ਬੇਮੁਖ ਹੋਇਆ। ਨਾਰਾਇਣ ਨੇ ਜਿਸ ਨੂੰ ਦੇ ਸੀਸ ਮੇ ਮਾਇਆ ਦਾ ਹੰਕਾਰ ਰੂਪੀ ਠੰਗੂਰਾ ਠੋਲਾ ਮਾਰਿਆ, ਕਿਉਂਕਿ ਉਹ ਵਾਹਿਗੁਰੂ ਦੀ ਬਖਸ਼ਿਸ਼, ਕਿਉਂਕਿ ਮਾਇਆ ਵੀ ਪ੍ਰਭੂ ਦੇ ਅਧੀਨ ਹੈ। ਮਾਇਆ ਦਾ ਠੋਲਾ ਮਾਰਿਆ ਪ੍ਰਭੂ ਨੇ, ਉਹ ਪੈਰ ਫਿਰ ਕਿੱਥੇ ਰੱਖੇਗਾ? ਕੋਈ ਸਥਾਨ ਨਹੀਂ। ਜੋ ਬੇਅੰਤ ਪਾਪ ਕਰਦਾ ਹੈ, ਕਹਿੰਦੇ ਨੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਨੂੰ ਪਾਪ ਹੀ ਉਸ ਦਾ ਮਾਰ ਦਿੰਦਾ ਹੈ। ਜੋ ਨਿਤਾ ਪ੍ਰਤੀ ਬਿਖ ਚੱਖਦਾ ਹੈ, ਭਾਵ ਜ਼ਹਿਰ ਚੱਖਦਾ ਹੈ, ਉਹ ਕਿਵੇਂ ਸੁੱਖ ਪਾਵੇਗਾ? ਨਿੰਦਾ ਕਰਦਾ ਪਚ ਮੁਆ ਵਿੱਚ ਦੇਹੀ ਭਖੈ, ਸਚੈ ਸਾਹਿਬ ਮਾਰਿਆ ਕੌਣ ਤਿਸਨੋ ਰੱਖੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ੀਸ਼ਾਂ ਦੇ ਦਾਤੇ, ਗਰੀਬ ਨਵਾਜ਼, ਸ਼ਹੀਦਾਂ ਦੇ ਸਰਤਾਜ, ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਪਿਆਰਿਓ, ਨਿੰਦਿਆ ਕਰਦਾ ਹੀ ਜਲ ਮਰਿਆ ਹੈ। ਨਿੰਦਾ ਤਾਂ ਕਿਸੇ ਦੀ ਕਰਨੀ ਵੀ ਉਚਿਤ ਭਲੀ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਮੂੰਹ ਕਾਲੇ ਨਿੰਦਕਾਂ ਦੇ ਹੁੰਦੇ ਨੇ, ਘੋਰ ਨਰਕ ਵਿੱਚ ਘਤਿਆ ਜਾਂਦਾ ਹੈ ਨਿੰਦਕਾਂ ਨੂੰ। ਉਹ ਸਾਧੂ ਦਾ ਨਿੰਦਕ ਤਾਂ ਤਰਦਾ ਹੀ ਨਹੀਂ ਜੋ ਰੱਬ ਦੇ ਜਨਦਾ ਹੈ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਨ ਹੋ ਨਰਕ ਹੀ ਪਰ। ਉਹ ਨਰਕ ਦਾ ਭਾਗੀ।
ਤਿਸ ਦਾ ਜੀਵ ਦੇਹ ਦੇ ਵਿੱਚ ਹੀ ਤਪਦਾ ਰਹਿੰਦਾ ਹੈ, ਭਾਵ ਦਿਨ ਰਾਤ ਉਹ ਸੜਦਾ ਹੈ। ਨਿੰਦਕ ਸੱਚੈ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੈ, ਉਸਦੀ ਕੋਈ ਰੱਖਿਆ ਵੀ ਕਰ ਨਹੀਂ ਸਕਦਾ। ਕਾਰਨ ਉਸ ਨੂੰ ਸੱਚੇ ਸਾਹਿਬ ਨੇ ਆਪ ਮਾਰਿਆ, ਫਿਰ ਕੌਣ ਰੱਖੇਗਾ? ਕਿਉਂਕਿ ਪਰਮੇਸ਼ਰ ਤਾਂ ਦੇਖਦਾ ਹੈ ਕਿ ਐਸਾ ਨਿੰਦਕ ਪੁਰਸ਼ ਮੇਰੀਆਂ ਜਨਾਂ ਦੀ ਨਿੰਦਿਆ, ਝੂਠ ਦਾ ਵਰਤਾਰਾ ਵਰਤਾਉਂਦਾ ਹੈ। ਪਰ ਉਹ ਮਾਲਕ ਸਰਬ ਵਿਆਪਕ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ ਹੁੰਦਾ। ਉਹ ਜਾਣਦਾ ਹੈ, ਦੇਖਦਾ ਹੈ। ਨਾਨਕ ਤਿਸ ਸਰਣਾਗਤੀ, ਜੋ ਪੁਰਖ ਅਲਖ ਹੈ। ਜੋ ਅਲਖ ਪੁਰਖ ਹੈ, ਤਿਸ ਦੀ ਸ਼ਰਨ ਨੂੰ ਪ੍ਰਾਪਤ ਹੋਵੋ ਭਾਈ। ਜੋ ਵਾਹਿਗੁਰੂ ਨੇ ਉਪਕਾਰ ਕੀਤਾ, ਤਿਸ ਦੇ ਵਿਸਾਰਨੇ ਦਾ ਫਲ ਕੀ ਹੈ? ਕਿਉਂਕਿ ਜੋ ਮਨੁੱਖ ਉਸ ਦਾਤੇ ਮੇਰੇ ਪਰਿਪੂਰਨ ਪਰਮਾਤਮਾ ਦੇ ਉਪਕਾਰਾਂ ਨੂੰ ਭੁਲਾ ਦਿੰਦੇ ਨੇ, ਤੇ ਕੈਸੀਆਂ ਸਜ਼ਾਵਾਂ ਮਿਲਦੀਆਂ ਨੇ ਉਹਨਾਂ ਨੂੰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ। ਸਲੋਕ ਮਹੱਲਾ ਪੰਜਵਾਂ, ਨਰਕ ਘੋਰ ਬਹੁਤ ਦੁੱਖ ਘਣੇ, ਅਕਿਰਤ ਘਣਾ ਕਾ ਥਾਨ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਨਰਕ ਘੋਰ ਬਹੁਤ ਦੁੱਖ ਘਣੇ, ਅਕਿਰਤ ਘਣਾ ਕਾ ਥਾਨ। ਜੋ ਕੀਤੇ ਨੂੰ ਜਾਣੇ ਨਾ, ਭੁਲਾ ਦਵੇ ਪਰਿ ਉਪਕਾਰਾਂ ਨੂੰ। ਕਿਉਂਕਿ ਪਰਿਪੂਰਨ ਪਰਮਾਤਮਾ ਨੇ ਆਪਣੇ ਤੇ ਬੜੇ ਪਰਿ ਉਪਕਾਰ ਕੀਤੇ ਨੇ। ਸੁੰਦਰ ਤਨ ਦੀ ਰਚਨਾ ਕੀਤੀ, ਇੱਕ ਮੈਲੇ ਜਲ ਤੋਂ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਲ। ਮਾਤਾ ਦੀ ਰਕਤ, ਪਿਤਾ ਦਾ ਬਿੰਦ, ਇੱਕ ਮੈਲੇ ਜਲ ਤੋਂ ਰਚਨਾ ਹੈ। ਸੁੰਦਰ ਤਨ ਬਣਾਇਆ ਮੇਰੇ ਵਾਹਿਗੁਰੂ ਨੇ, ਫਿਰ ਪਾਲਣਾ ਵੀ ਕੀਤੀ। ਸੁੱਖ ਆਰਾਮ ਭੋਗ ਦਿੱਤੇ। ਉਹ ਵੱਡਾ ਮਾਲਕ, ਵੱਡੀਆਂ ਬਖਸ਼ੀਸ਼ਾਂ ਕੀਤੀਆਂ ਨੇ ਉਸ ਦਾਤੇ ਨੇ। ਜੇ ਉਸ ਦਾਤੇ ਨੂੰ ਵਸਾਲ ਦਈਏ, ਬੇਮੁਖ ਹੋਈਏ ਉਸ ਮਾਲਕ ਪ੍ਰਭੂ ਤੋਂ, ਫਿਰ ਪਾਤਸ਼ਾਹ ਫਰਮਾਉਂਦੇ ਨੇ, ਨਰਕ ਘੋਰ ਬਹੁਤ ਦੁੱਖ ਘਣੇ, ਅਕਿਰਤ ਘਣਾ ਕਾ ਥਾਨ। ਜਿਸ ਘੋਰ ਨਰਕ ਵਿੱਚ ਅਤੀ ਬਹੁਤ ਦੁੱਖ ਨੇ, ਘੋਰ ਨਰਕ, ਗਿਣਤੀ ਤੋਂ ਬਾਹਰੇ ਦੁੱਖ ਨੇ। ਹਰ ਇੱਕ ਕਰਲਾਪ ਦੀ ਉੱਥੇ ਆਵਾਜ਼ ਆਉਂਦੀ ਹੈ। ਕੋਈ ਕੂਕ ਪੁਕਾਰ ਸੁਣੀ ਨਹੀਂ ਜਾਂਦੀ। 18 ਪ੍ਰਕਾਰਾਂ ਦੇ ਨਰਕਾਂ ਦਾ ਜ਼ਿਕਰ ਹੈ। ਭਿੰਨ ਭਿੰਨ ਨਰਕ ਨੇ, ਭਿੰਨ ਭਿੰਨ ਸਜ਼ਾਵਾਂ ਨੇ। ਇਹ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਆ ਕਰਨੀਆਂ ਭਾਈ। ਕੁੰਭੀ ਨਰਕ 10,000 ਯੋਜਨ ਲੰਮਾ ਤੇ ਚੌੜਾ, ਘੜੇ ਵਰਗਾ ਮੁੱਖ ਹੈ। ਪਾਪੀਆਂ ਨੂੰ, ਮਨਮੁੱਖਾਂ ਨੂੰ ਉੱਥੇ ਸੁੱਟਿਆ ਜਾਂਦਾ ਹੈ। ਅਸਪੱਤਰ ਬਾਣ, ਅਗਨੀ ਦਾ ਕੁੰਡ, ਬੈਤਰਣੀ ਨਦੀ ਜੋ ਬਿਜ ਤੇ ਪਾਕ ਦੀ ਵਗਦੀ ਹੈ। ਤੱਤੇ ਥੰਮ ਆਦਿਕ ਨਰਕ ਨੇ, ਭਿੰਨ ਭਿੰਨ ਸਜ਼ਾਵਾਂ ਨੇ। ਜੈਸਾ ਕਰੋ ਵੈਸੀ ਸਜ਼ਾ। ਜਿਸ ਘੋਰ ਨਰਕ ਵਿੱਚ ਬਹੁਤ ਦੁੱਖ ਨੇ ਭਾਈ, ਸੋ ਅਕਿਰਤ ਘਣਾ ਦਾ ਸਥਾਨ ਹੈ ਘੋਰ ਨਰਕ। ਜੋ ਕੀਤੇ ਨੂੰ ਜਾਣੇ ਨਾ, ਪਰਿ ਉਪਕਾਰ ਕੀਤੇ ਨੂੰ ਭੁਲਾ ਦਵੇ, ਵਸਾਦ ਦਵੇ, ਉਹ ਬਖਸ਼ਿਆ ਨਹੀਂ ਜਾਂਦਾ। ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਪਾਤਸ਼ਾਹ ਫਰਮਾਉਂਦੇ ਨੇ, ਤਿੰਨ ਅਕਿਰਤ ਘਣਾ ਨੂੰ ਤਰਲੋਕੀ ਦਾ ਮਾਲਕ ਮੇਰਾ ਵਾਹਿਗੁਰੂ ਮਾਰਦਾ ਹੈ। ਅਧਰਮੀ ਹੋ ਕਰਕੇ ਮਰੇ ਨੇ ਉਹ, ਐਸਾ ਮਾਲਕ ਹੈ।
ਬੇਨਤੀ ਕੀਤੀ, ਪਾਤਸ਼ਾਹ ਜੋ ਨਿੰਦਕਾਂ ਨੂੰ, ਅਕਿਰਤ ਘਣਾ ਨੂੰ ਦੁੱਖ ਮਿਲਦਾ ਹੈ, ਬ੍ਰਹਮਾ ਜੀ ਨੇ ਤੇ ਇਸ ਦੀ ਕੁਛ ਔਸ਼ਧੀ ਵੀ ਰਚੀ ਹੋਵੇਗੀ ਕਿ ਐਸਾ ਦੁੱਖ ਜੋ ਨਿੰਦਕਾਂ ਨੂੰ ਤੇ ਅਕਿਰਤ ਘਣਾ ਨੂੰ ਮਿਲਦਾ, ਉਸਦੀ ਕੋਈ ਦਾਰੂ ਜਿਵੇਂ ਦਵਾ ਹੁੰਦੀ ਹੈ, ਕੋਈ ਔਸ਼ਧੀ ਵੀ ਬ੍ਰਹਮਾ ਜੀ ਨੇ ਰਚੀ ਹੋਵੇਗੀ। ਇਹ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ। ਪਾਤਸ਼ਾਹ ਫਰਮਾਉਂਦੇ ਨੇ, ਮਹੱਲਾ ਪੰਜਵਾਂ, ਅਵਖਦ ਸਭੇ ਕੀਤੇ ਅਨ, ਨਿੰਦਕ ਕਾ ਦਾਰੂ ਨਾਹੀਂ, ਆਪ ਭੁਲਾਏ ਨਾਨਕਾ ਪਚ ਪਚ ਜੂਨੀ ਪਾਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਿਆਰਿਓ, ਅਵਖਦ ਸਭੇ ਕੀਤੇ ਅਨ, ਨਿੰਦਕ ਕਾ ਦਾਰੂ ਨਾਹੀਂ। ਸੰਪੂਰਨ ਅਵਖਦੀਆਂ ਕਰੀਆਂ ਨੇ, ਪਰੰਤੂ ਨਿੰਦਕ ਦੀ ਕੋਈ ਦਵਾ ਹੀ ਨਹੀਂ। ਜਿਸਨੂੰ ਆਪ ਵਾਹਿਗੁਰੂ ਬੁਲਾਉਂਦਾ ਹੈ, ਸੋ ਪਚ ਪਚ ਕਰਕੇ ਭਾਈ ਜੂਨੀਆਂ ਵਿੱਚ ਪੈਂਦਾ ਦੁੱਖ ਪਾਉਂਦਾ ਹੈ, ਉਹ ਬਖਸ਼ਿਆ ਨਹੀਂ ਜਾਂਦਾ। ਪੌੜੀ ਮਹੱਲਾ ਪੰਜਵਾਂ, ਤੁਸ ਦਿੱਤਾ ਪੂਰੈ ਸਤਿਗੁਰੂ, ਖਾਦ ਧਨ ਸੱਚ ਅਖੁੱਟ। ਪਾਤਸ਼ਾਹ ਫਰਮਾਉਂਦੇ ਨੇ, ਜਿਹਨੂੰ ਪੂਰੇ ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਧਨ ਸੱਚਾ ਨਿਖੁੱਟ, ਜੋ ਨਖੁੱਟਣੇ ਤੋਂ ਰਹਿਤ ਪ੍ਰਸੰਨ ਹੋ ਕੇ ਦਿੱਤਾ ਹੈ। ਕਿਉਂਕਿ ਨਾਮ ਦੀ ਦਾਤ ਇੰਝ ਨਹੀਂ ਮਿਲ ਜਾਂਦੀ, ਇਹ ਵੀ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜਪਿਆ ਜਾਂਦਾ ਹੈ। ਜੇ ਕਿਰਪਾ ਹੋਵੇ ਉਸ ਦਾਤੇ ਦੀ, ਫਿਰ ਜਗਿਆਸੂ ਨਾਮ ਜਪਦਾ ਹੈ, ਨਾਮ ਜਪ ਕੇ ਤਰ ਜਾਂਦਾ ਹੈ। ਸਭ ਆਂਦੇ ਸੇ ਮਿਟ ਗਏ, ਜਮ ਕਾ ਭਉ ਛੁਟ, ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਟੁੱਟ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਤੇਰੇ ਸੰਪੂਰਨ ਸੰਸ਼ੇ ਮਿਟ ਗਏ, ਜਮਾਂ ਦਾ ਭੈ ਵੀ ਛੁੱਟ ਗਿਆ, ਕੋਈ ਡਰ ਨਹੀਂ ਰਿਹਾ ਜਮਾਂ ਦਾ। ਸੰਤਾਂ ਦੇ ਸੰਗ ਕਰਕੇ ਕਾਮ ਕ੍ਰੋਧ ਲੋਭ ਹੰਕਾਰ ਇਹ ਬੁਰਾਈਆਂ ਟੁੱਟ ਗਈਆਂ। ਇੱਥੇ ਇਹਨਾਂ ਦਾ ਫਿਰ ਵਸ ਨਹੀਂ ਚੱਲਦਾ ਬੁਰਾਈਆਂ ਦਾ, ਜਿੱਥੇ ਰੱਬ ਦੇ ਜਨਾਂ ਦੀ ਬਖਸ਼ਿਸ਼ ਹੋ ਜਾਵੇ। ਬਹਿਣ ਸੱਚੇ ਦੂਜਾ ਸੇਵੰਦੇ, ਹੋਏ ਮਰ ਸਨ ਬੁੱਟ, ਨਾਨਕ ਕੋ ਗੁਰ ਬਖਸ਼ਿਆ, ਨਾ ਮੈਂ ਸੰਗ ਜੁਟ। ਪਾਤਸ਼ਾਹ ਫਰਮਾਉਂਦੇ ਨੇ, ਜੋ ਸੱਚੇ ਵਾਹਿਗੁਰੂ ਤੋਂ ਬਿਨਾ ਦੇਵੀ ਦੇਵਤਿਆਂ ਮੜੀਆਂ ਮਸਾਣਾਂ ਨੂੰ ਪੂਜਦੇ ਨੇ, ਉਹ ਹੱਥ ਪੈਰ ਹੀਣ ਹੋ ਕੇ ਮਰਨਗੇ। ਪਾਤਸ਼ਾਹ ਹੀ ਫਰਮਾਉਂਦੇ ਨੇ, ਬਿਨ ਸੱਚੇ ਦੂਜਾ ਸੇਵੰਦੇ, ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ। ਇੱਕ ਨੂੰ ਜਪੀਏ, ਜੋ ਜਲਾਂ ਵਿੱਚ ਥਲਾਂ ਵਿੱਚ ਸਮਾਇਆ ਹੈ, ਪ੍ਰਤੱਖ ਹੈ। ਜੋ ਗੁਰੂ ਦੁਆਰਾ ਭਾਈ ਨਾਮ ਦੇ ਸਾਥ ਜੁੜ ਗਿਆ, ਨਾਮ ਜਪਦਾ ਹੈ, ਗੁਰ ਸ਼ਬਦੀ ਗੁਰਮਤੀ ਹੈ, ਤੈਨੂੰ ਵਾਹਿਗੁਰੂ ਨੇ ਬਖਸ਼ਿਆ ਹੈ। ਇਹਨੂੰ ਗੁਰੂ ਨੇ ਨਾਮ ਬਖਸ਼ਿਆ ਤੇ ਇਸ ਨਾਮ ਦੇ ਸੰਗ ਚੜ੍ਹ ਰਿਹਾ ਹੈ। ਸਲੋਕ ਮਹੱਲਾ ਚੌਥਾ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜ ਮਾਲਿਆ। ਜਿਸ ਸਮੇਂ ਮਰਵਾਹਿਆਂ ਨੇ, ਮਰਵਾਹਿਆਂ ਕੇ ਬ੍ਰਹਿਮਣ ਤਪੇ ਨੇ, ਆਪਣੇ ਪੁੱਤਰਾਂ ਨੂੰ ਇੱਕ ਮੋਹਰ ਦੇ ਲੋਭ ਦੇ ਨਾਲ ਬ੍ਰਹਮ ਭੋਜ ਸਥਾਨ ਵਿੱਚ ਦੀਵਾਰ ਪਾਸੇ ਗਿਰਾ ਦਿੱਤਾ, ਜੇ ਕੰਧ ਤੇ ਦੂਜੀ ਤਰਫ। ਮੈਨੂੰ ਤਾਂ ਆਪ ਗੁਰੂ ਜੀ ਬੁਲਾਉਂਦੇ ਨਹੀਂ, ਤਪੇ ਨੂੰ ਇੰਝ ਸੀ, ਕਿਉਂਕਿ ਪਹਿਲਾ ਤਪੇ ਨੇ ਮਨਾਹੀ ਕਰ ਦਿੱਤੀ, ਮੈਂ ਨਹੀਂ ਆਉਣਾ, ਨਿਉਂਦਾ ਮੰਨਿਆ ਨਹੀਂ। ਫਿਰ ਪਛਤਾਉਂਦਾ ਆਖਿਆ, ਫਿਰ ਆਪਣੇ ਆ ਪੁੱਤਰਾਂ ਨੂੰ ਕੰਧ ਤੇ ਉੱਪਰੋਂ ਦੀ ਸੁੱਟ ਦਿੱਤਾ ਪਰਲੇ, ਕਿਉਂਕਿ ਮਾਇਆ ਦਾ ਲਾਲਚ, ਮੋਹਰਾਂ ਮਿਲਣਗੀਆਂ।
ਇਹੀ ਇੱਕ ਮੋਹਰ ਲੈ ਆਵੇਗਾ, ਪੁੱਤਰ ਨੂੰ ਸੁੱਟਿਆ। ਤਬ ਲੜਕੇ ਦੀ ਲੱਤ ਟੁੱਟ ਗਈ, ਤਬੇ ਦੇ ਪੁੱਤਰ ਦੀ। ਫਿਰ ਪਾਤਸ਼ਾਹ ਨੂੰ ਜਦੋਂ ਇਹ ਸਾਰੀ ਵਿਥਿਆ ਦਾ ਪਤਾ ਲੱਗਿਆ, ਸੇਵਕਾਂ ਸਿੰਘਾਂ ਨੇ ਦੱਸਿਆ ਕਿ ਪਾਤਸ਼ਾਹ ਤਬੇ ਨੇ ਇੰਝ ਕੀਤਾ, ਪੁੱਤਰ ਨੂੰ ਉੱਪਰੋਂ ਕੰਧ ਦੀ ਸੁੱਟਿਆ, ਉਹਦੀ ਲੱਤ ਟੁੱਟ ਗਈ। ਫਿਰ ਪਾਤਸ਼ਾਹ ਨੇ ਬਾਣੀ ਉਚਾਰੀ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹਿਣ ਲੱਗੇ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲੇ। ਅੰਦਰ ਸੇ ਲੋਭੀ ਤਪਾ ਨਹੀਂ ਹੁੰਦਾ, ਉਸਨੂੰ ਤਪਾ ਨਹੀਂ ਕਿਹਾ ਜਾਂਦਾ। ਰਿਸ਼ਨਾ ਦਾ ਦਬਾਇਆ ਹੋਇਆ ਨਿਤ ਮਾਇਆ ਨੂੰ ਫਿਰਦਾ। ਅੱਗੋਂ ਦੇ ਸੱਦਿਆ ਸਤੈ ਦੀ, ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਏ ਕਹਿ, ਆਣ ਤਪੈ ਪੁੱਤ ਵਿੱਚ ਬਹਾਲਿਆ। ਪਹਿਲਾਂ ਤੋਂ ਬੁਲਾਇਆ ਹੋਇਆ ਸਤ ਦੀ ਭਿਖਿਆ ਲੈਂਦਾ ਨਹੀਂ ਸੀ ਕਿ ਮੈਂ ਨਹੀਂ ਲੈਣੀ, ਜਵਾਬ ਦੇ ਦਿੱਤਾ, ਹੰਕਾਰੀ ਸੀ। ਪਿੱਛੇ ਪਛਤਾ ਕੇ ਵੇ ਤਪੇ ਨੇ ਆਪਣਾ ਪੁੱਤ ਲੈ ਕੇ ਆਣ ਵਿੱਚ ਬਿਠਾਲ ਦਿੱਤਾ। ਪੰਜ ਲੋਕ ਸਭ ਖੱਸਣ ਲੱਗੇ, ਤਪਾ ਲੋਭ ਲੈ ਰਹਿ ਗਾਲਿਆ। ਸ੍ਰੇਸ਼ਟ ਲੋਕ, ਉੱਤਮ ਲੋਕ, ਸਤ ਪੁਰਸ਼ ਸਭ ਖੱਸਣ ਲੱਗ ਗਏ ਕਿ ਤਪੇ ਨੂੰ ਲੋਭ ਦੀ ਲਹਿਰ ਨੇ ਗਾਲ ਦਿੱਤਾ ਹੈ। ਜਿੱਥੈ ਥੋੜਾ ਧਨ ਵੇਖੈ, ਤਿੱਥੈ ਤਪਾ ਭਿਟੈ ਨਾਹੀ। ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਅੱਜ ਵੀ ਐਸੇ ਮਨੁੱਖਾਂ ਦੀ ਬਹੁ ਗਿਣਤੀ ਹੈ, ਜਦੋਂ ਧਨ ਦਾ ਲੋਭ ਲਾਲਚ ਹੋ ਜਾਵੇ ਫਿਰ ਕੁਝ ਤੋਂ ਕੁਝ ਕਰਦੇ ਨੇ। ਕਿਉਂਕਿ ਲੋਭ ਦੀ ਲਹਿਰ ਵਿੱਚ ਗਰਸਿਆ ਹੋਇਆ ਮਨੁੱਖ ਅਧਰਮ ਦਾ ਕੰਮ ਕਰਨ ਲੱਗ ਜਾਂਦਾ ਹੈ, ਧਰਮ ਨੂੰ ਵੀ ਛੱਡ ਦਿੰਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਜਿੱਥੈ ਥੋੜਾ ਧਨ ਵੇਖੈ ਤਪੈ, ਤਿੱਥੈ ਤਪਾ ਭਿਟੈ ਨਾਹੀ। ਜਿੱਥੇ ਥੋੜਾ ਧਨ ਦੇਖਦਾ ਉਸ ਸਥਾਨ ਵਿੱਚ ਤਪਾ ਛੂੰਹਦਾ ਵੀ ਨਹੀਂ। ਬਹੁਤਾ ਧਨ ਦੇ ਕੇ ਤਪੇ ਨੇ ਧਰਮ ਹੀ ਹਾਲ ਦਿੱਤਾ। ਨਿਉਂਤੇ ਆਪਣਾ ਧਰਮ ਨਹੀਂ ਸੀ, ਬਿਨਾਂ ਨਿਉਂਦੇ ਨਹੀਂ ਆਇਆ ਜਾਂਦਾ। ਨਿਉਂਤਾ ਦਿੱਤਾ ਨਹੀਂ, ਆਪਾਂ ਕਿਵੇਂ ਜਾਵਾਂਗੇ। ਸੋ ਤਪੇ ਨੇ ਹਾਲ ਦਿੱਤਾ, ਪਹਿਲਾਂ ਨਿਉਂਦਾ ਦਿੱਤਾ ਸੀ, ਆਇਆ ਨਹੀਂ, ਮਨਾਹੀ ਕਰ ਦਿੱਤੀ ਕਿ ਮੈਂ ਨਹੀਂ ਆਉਣਾ। ਫਿਰ ਬਿਨਾਂ ਨਿਉਂਤੇ ਦੇ ਆ ਗਏ ਆ, ਬੱਚਾ ਪੁੱਤਰ ਭੇਜੇ ਆ, ਕਿਉਂਕਿ ਧਰਮ ਆਪਣਾ ਖਾਦ ਦਿੱਤਾ। ਭਾਈ ਇਹੋ ਤਪਾ ਨਾ ਹੋ ਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਸੰਤ ਜਨਾਂ ਨੇ ਬੈਠ ਕੇ ਵਿਚਾਰ ਕੀਤਾ, ਇਹ ਤੱਤ ਕੱਢਿਆ ਕਿ ਭਾਈ ਇਹ ਤਪਾ ਨਹੀਂ ਹੁੰਦਾ, ਇਹ ਤਾਂ ਬਗਲਾ ਹੈ, ਦੰਭੀ ਪਖੰਡੀ ਹੈ। ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ। ਵਿੱਚ ਹੋਵੈ ਏਤ ਦੋਖੈ ਤਪਾ ਦੇ ਮਾਰਿਆ। ਸਤ ਪੁਰਸ਼ਾਂ ਦੀ, ਰੱਬ ਦੇ ਜਨਾਂ ਦੀ ਤਪਾ ਨਿੰਦਿਆ ਕਰਦਾ ਹੈ, ਸੰਸਾਰ ਦੀ ਉਸਤਤ ਵਿੱਚ ਹੈ ਭਾਈ। ਇਸ ਦੋਸ਼ ਕਰਕੇ ਤਪਾ ਦੇਵ ਨੇ ਮਾਰਿਆ ਹੈ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੈ ਨੋ ਫਲ ਲਗਾ। ਸਭ ਗਿਆ ਤਪੇ ਕਾ ਘਾਲਿਆ। ਦੇਖੋ ਭਾਈ, ਜੋ ਤਪੇ ਨੂੰ ਸਤਪੁਰਖਾਂ ਦੀ ਨਿੰਦਿਆ ਦਾ ਫਲ ਲੱਗਿਆ, ਕਿਉਂਕਿ ਰੱਬ ਦੇ ਜਨਾਂ ਦੀ ਨਿੰਦਿਆ ਕਰਨ ਵਾਲਾ ਬਖਸ਼ਿਆ ਨਹੀਂ ਜਾਂਦਾ। ਤਪੇ ਦਾ ਤਪ ਕੀਤਾ ਹੋਇਆ, ਬੜਾ ਤਪ ਕੀਤਾ ਸੀ ਤਪੇ ਨੇ, ਸਭ ਬਰਬਾਦ ਹੋ ਗਿਆ। ਇਹ ਫਲ ਲੱਗਿਆ ਹੈ ਤਪੇ ਨੂੰ ਨਿੰਦਿਆ ਦਾ। ਬਾਹਰ ਵਹੈ ਪੰਚਾਂ ਵਿੱਚ ਤਪਾ ਸਦਾਏ, ਅੰਦਰ ਵਹੈ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਘਰ ਵੇ ਖਾਲਿਆ। ਪਾਤਸ਼ਾਹ ਫਰਮਾਉਂਦੇ ਨੇ, ਬਾਹਨ ਸ੍ਰੇਸ਼ਟ ਜਨਾਂ ਵਿੱਚ ਬੈਠ ਕੇ ਤਪਾ ਕਹਾਉਂਦਾ ਕਿ ਮੈਂ ਵੱਡਾ ਪੂਜਨੀਕ ਹਾਂ, ਅੰਦਰ ਬੈਠ ਕੇ ਤਪਾ ਪਾਪ ਕਮਾਉਂਦਾ ਹੈ। ਹਰੀ ਨੇ ਅੰਦਰਲਾ ਪਾਪ ਸ੍ਰੇਸ਼ਟ ਪੁਰਸ਼ਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ, ਕਿਉਂਕਿ ਉਹ ਮਾਲਕ ਤਾਂ ਜਾਣਦਾ ਹੈ। ਜਿਵੇਂ 100 ਸੁਹਾਗਣ ਸੀ,
ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਤਾਲ ਦੇ ਵਿੱਚ ਰਹੇ ਸਨ। ਇੱਕ ਮਾਈ ਜਿਸ ਦੀ ਬੜੀ ਸ਼ਰਧਾ, ਬੜਾ ਪਿਆਰ ਯਾਦ ਵਿੱਚ ਜੁੜੀ ਹੈ ਗੁਰਦੇਵ ਦੇ ਕੇ ਸਤਿਗੁਰੂ ਦਰਸ਼ਨ ਦੇਵੋ। ਪਾਤਸ਼ਾਹ ਗਏ ਉਸ ਮਾਈ ਨੂੰ ਤਾਰਨ, ਦਰਸ਼ਨ ਦੇਣ। ਬੜੀ ਸੇਵਾ ਟਹਿਲ ਕੀਤੀ ਔਰ ਵੱਡਾ ਇਕੱਠ ਉਸ ਨਗਰ ਤੋਂ ਕੁਝ ਦੂਰੀ 'ਤੇ ਦੇਖਿਆ। ਬਾਈ ਨੇ ਦੱਸਿਆ, ਪਾਤਸ਼ਾਹ ਇੱਥੇ 100 ਸੁਹਾਗਣ ਹੈ ਦਾ ਬੜਾ ਭਾਰੀ ਮੇਲਾ ਲੱਗਦਾ ਪੁੰਨਿਆਂ ਵਾਲੇ ਦਿਨ। ਪਾਤਸ਼ਾਹ ਕਹਿਣ ਲੱਗੇ, ਕੀ ਵਰਤਾਰਾ ਹੈ? ਬਾਈ ਨੇ ਸਾਰਾ ਦੱਸਿਆ ਕਿ ਉਸ ਦਾ ਬਾਈਆਂ ਵਾਲੇ ਵਸਤਰ ਉਹ ਪਹਿਨ ਲੈਂਦਾ ਹੈ, ਕਿ ਪਰਮੇਸ਼ਰ ਨਾਲ ਮੇਰਾ ਸੰਗ ਹੁੰਦਾ ਹੈ, ਵਾਹਿਗੁਰੂ ਨਾਲ ਮੇਲ ਹੁੰਦਾ ਹੈ। ਕਿਉਂਕਿ ਜਗਤ ਦੇ ਮਾਲਕ ਗੁਰਦੇਵ ਤਾਂ ਜਾਣਦੇ ਸਨ ਕਿ ਉਸ ਦਾ ਦੰਭ ਹੈ, ਪਖੰਡ ਹੈ। ਪਾਤਸ਼ਾਹ ਵੀ ਉਸ ਡੇਰੇ ਚਲੇ ਗਏ, ਨਾਲ ਭਾਈ ਬਾਲਾ ਤੇ ਭਾਈ ਮਰਦਾਨਾ। ਸਤਿਗੁਰੂ ਆਪ ਗਏ ਜਗਤ ਦੇ ਮਾਲਕ, ਪਰ ਬੂਹਾ ਨਹੀਂ ਖੋਲ੍ਹਿਆ। ਦੇ ਜੋ ਟਹਿਲੂਏ ਸੀ ਉਹਨਾਂ ਨੇ ਸਤਿਗੁਰਾਂ ਨੂੰ ਜਾਣ ਨਾ ਦਿੱਤਾ, ਮਿਲਣ ਨਾ ਦਿੱਤਾ। ਪਾਤਸ਼ਾਹ ਨੇ ਬਚਨ ਕੀਤੇ, ਇਹ ਝੂਠਾ ਭਾਜ ਉਗੜ ਜਾਵੇਗਾ। ਪਾਤਸ਼ਾਹ ਵਾਪਸ ਆ ਗਏ तो सतगुरु अगे चले गए। वो ऐसा पाज उगड़िया कुछ समय बाद गुरुदेव दे जान दी देरी सी, वो पाप बाहर ही आया, मंद कर्मां विच लग्या सी, जाहिर हो गया। डेरा लुटिया पुटिया गया, हाहाकार मच गई, क्योंकि दम जो कीता सी उसने भेख बनाया सी, वो जहर हो गया। गुरदेव पातशाह कुछ समय बाद फिर उस नगर विच आए। गुरु नानक देव महाराज जी एक ऐसा ही पुरुष उस माई दे घर सतगुरां ने जाना सी जी, बड़ी श्रद्धा बड़ा प्यार। रास्ते विच एक ऐसा पुरुष सी जिथों लत्तां तो तुरिया नहीं जा रहा सी। पातशाह अगे उसने बेनती की, सतगुरु गरीब नवाज मेरे ते कृपा करो, मैं तुर नहीं सकता, तुसीं रब रूप हो, मेहर दी नज़र मेरे ते करो, मैं ठीक हो जावां, मेरा कोई भी नहीं है। पातशाह गुरदेव ने मेहर की, वो ठीक कर दिता। फिर पातशाह ने उसनूं एक बचन कहा, जे तैनूं कोई पूछे किवें ठीक होया, तू कहना 100 सुहागण ने कीता है। ये बचन होया। जदों कोई पूछे उसनूं यही बचन कहे। सतगुरु समाई दे घरे चले गए, बड़ी सेवा टहल की माई ने गुरदेव पातशाह जी। 100 सुहागण नूं प्रतीत होया, उसने पूछया, मैनू दसो वो कौन सन, मैं मिलना है। दसना कीता उस पुरुष ने, सतगुरां दे चरणों विच 100 सुहागण आके लम्हा पै गया। पातशाह मैनू बख्श लवो, तुसीं आप चल के आए मेरे घर, पर मैं माड़े कर्मां वाला दर्शन ना कर सकिया, मैं पापी हाँ, मैनू बख्श लवो। गुरदेव पातशाह ने फिर बख्शिश की, क्योंकि मालिक बड़ा दयालु है। ये बाबा जी ने बख्शियां करनी आ। धन धन बाबा आनंद सिंह महाराज जी ने भाई गुरु नानक सतगुरु बड़े दयालु कृपालु ने, ढैण विच देरी है, बख्शण विच देरी नहीं। पातशाह ने फिर 100 सुहागण नूं कहा, नाम जप नाम जपा, संगत कर, माड़े कर्म नहीं करने, सच्ची परमेश्वर की याद विच जुड़, तेरा भला होवेगा, बड़ी बड़ियाई होवेगी। इस सतगुरां ने बख्शीशा कर दित्तियां, क्योंकि वह मालक दीन दुनिया का। उसका डेरा वस गया,
ਬੜੀਆਂ ਸੰਗਤਾਂ ਖਲਕ ਤੇ ਆਈ, ਕਿਉਂਕਿ ਗੁਰਦੇਵ ਦੇ ਬਚਨ ਹੋ ਗਏ, ਕਿਉਂਕਿ ਉਹ ਮਾਲਕ ਬੜਾ ਦਿਆਲੂ ਹੈ। ਪਰ ਉਸਨੇ ਜੋ ਪਾਪ ਸੀ ਉਹ ਕਿਵੇਂ ਯਾਦ ਹੋਇਆ? ਵੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਆਪ ਪ੍ਰਗਟ ਕੀਤਾ। ਜੋ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ, ਬਾਹਰ ਵਖੈ ਪਾਂਚਾ ਵਿੱਚ ਤਪਾ ਸਦਾਏ, ਅੰਦਰ ਵਖੈ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਘਾ ਕਰ ਵੇਖਾਂਦੇ ਆ, ਕਿਉਂਕਿ ਪ੍ਰਗਟ ਕਰ ਦਿੱਤਾ। ਸ੍ਰੇਸ਼ਟ ਪੁਰਸ਼ਾਂ ਨੂੰ ਪ੍ਰਗਟ ਕਰਕੇ ਦਿਖਾਇਆ ਪਾਪ, ਪਰ ਇਸਤਰੀ ਸੇ ਅੰਦਰ ਆਪਣੇ ਗਵਨ ਕਰਦਾ ਸੀ। ਪੰਚਾਇਤ ਨੇ ਜਾ ਕੇ ਅੰਦਰੋਂ ਪਕੜ ਲਿਆ ਤਪੇ ਨੂੰ, ਤਪਾ ਵੀ ਇੰਜ ਜ਼ਾਹਰ ਹੋਇਆ ਸੀ। ਧਰਮ ਰਾਏ ਜਮ ਕੰਕਰਾਂ ਨੂੰ, ਆਖ ਛੱਡਿਆ ਇਸ ਤਪੈ ਨੂੰ। ਤਿੱਥੈ ਖੜ ਪਾਇਓ ਜਿੱਥੈ ਮਹਾ ਹਤਿਆਰਿਆਂ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਕੈਸੀ ਸਜ਼ਾ ਮਿਲਣੀ ਹੈ ਤਪੇ ਨੂੰ? ਸਤਿਗੁਰੂ ਬਿਆਨ ਕਰਦੇ ਨੇ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮਰਾਜ ਨੇ ਜਮਦੂਤਾਂ ਨੂੰ ਕਹਿ ਦਿੱਤਾ, ਜੋ ਜਮਦੂਤ ਟਹਿਲੂਏ ਨੇ ਧਰਮਰਾਜ ਦੇ, ਇਸ ਤਪੈ ਨੂੰ ਤਿੱਥੈ ਖੜ ਪਾਇਓ ਜਿੱਥੈ ਮਹਾ ਹਤਿਆਰਿਆਂ। ਧਰਮਰਾਜ ਦਾ ਹੁਕਮ ਹੋ ਗਿਆ, ਜਮਦੂਤੋ ਇਸ ਤਪੇ ਨੂੰ ਉੱਥੇ ਪਾਇਓ, ਉਸ ਸਥਾਨ ਵਿੱਚ ਲੈ ਜਾਵੋ ਜਿਸ ਸਥਾਨ ਵਿੱਚ ਮਹਾ ਹਤਿਆਰਿਆਂ ਨੂੰ, ਅਤੀ ਹਤਿਆਰੇ ਨੇ ਜਿਨ੍ਹਾਂ ਨੂੰ ਵੱਡੀਆਂ ਸਜ਼ਾਵਾਂ ਮਿਲਦੀਆਂ ਨੇ, ਜਿਨ੍ਹਾਂ ਨੇ ਘੋਰ ਪਾਪ ਕੀਤੇ ਨੇ, ਉੱਥੇ ਇਸ ਤਪੇ ਨੂੰ ਵੀ ਲੈ ਜਾਓ। ਫਿਰ ਇਸ ਤਪੈ ਦਾ ਮੋਹ ਕੋਈ ਲੱਗੋ ਨਾਹੀ, ਇਹੋ ਸਤਿਗੁਰ ਹੈ ਫਟਕਾਰਿਆ। ਪਾਤਸ਼ਾਹ ਫਰਮਾਉਂਦੇ ਨੇ, ਫਿਰ ਇਸ ਤਪੈ ਦਾ ਮੋਹੇ ਕੋਈ ਲੱਗੋ ਨਾਹੀ, ਇਹੋ ਸਤਿਗੁਰ ਹੈ ਫਟਕਾਰਿਆ। ਫਿਰ ਇਸ ਤਪੇ ਦੇ ਕੋਈ ਮੂੰਹ ਨਾ ਲੱਗੋ, ਕਿਉਂਕਿ ਇਹ ਗੁਰੂ ਦਾ ਫਟਕਾਰਿਆ ਹੋਇਆ ਹੈ। ਖਾਦ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦਏ ਸਵਾਰਿਆ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਿਆਰਿਓ, ਇਹ ਜੋ ਅਸੀਂ ਬਚਨ ਸੁਣਾਏ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ, ਜੋ ਇਹ ਉਪਦੇਸ਼ ਦਿੱਤਾ ਭਾਈ, ਖਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦਏ ਸਵਾਰਿਆ। ਜੋ ਖਰੀ ਦੀ ਦਰਗਾਹ ਵਿੱਚ ਭਾਈ ਵਰਤਿਆ ਵਰਤਦਾ ਹੈ, ਸੋ ਅਸੀਂ ਤੁਹਾਨੂੰ ਕਹਿ ਕੇ ਸੁਣਾਇਆ ਹੈ। ਜੋ ਇਹ ਪ੍ਰੇਰਕ ਰੂਪ ਵਾਹਿਗੁਰੂ ਨੇ ਸਵਾਰਿਆ, ਸੋ ਇਸ ਬਾਤ ਨੂੰ ਉਹ ਬੁੱਝਦਾ ਹੈ ਜੋ ਪਰਮੇਸ਼ਰ ਦਾ ਪਿਆਰਾ, ਉਹ ਜਾਣਦਾ ਇਹ ਸੱਚੇ ਬਚਨ ਨੇ। ਇਹ ਦਰਗਾਹ ਦੀ ਵਾਰਤਾ ਹੈ ਕਿ ਇੰਜ ਫਿਰ ਵਰਤਦਾ ਹੈ। ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਵੰਦੇ, ਹਰ ਨਾਮ ਸੁਖਦਾਈ। ਹਰੀ ਦੇ ਭਗਤਾਂ ਨੇ ਮੇਰੇ ਵਾਹਿਗੁਰੂ ਦਾ ਆਰਾਧਨ ਕੀਤਾ, ਵਾਹਿਗੁਰੂ ਦੀ ਵਡਿਆਈ ਕਰਦੇ ਨੇ, ਗੁਣ ਗਾਉਂਦੇ ਨੇ। ਭਗਤ ਜਨ ਹਰੀ ਦਾ ਕੀਰਤਨ ਨਿਤਾ ਪ੍ਰਤੀ ਗਾਉਂਦੇ ਨੇ। ਸੁਖ ਦੇ ਦੇਣੇ ਵਾਲਾ ਹਰੀ ਦਾ ਨਾਮ ਹੀ ਜਪਦੇ ਨੇ ਭਾਈ। ਹਰ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ, ਬਖਸ਼ੀਆਂ ਨਿਤ ਚੜ੍ਹੈ ਸਵਾਈ। ਪਰਮੇਸ਼ਰ ਨੇ ਆਪਣੀਆਂ ਭਗਤਾਂ ਨੂੰ ਭਾਈ ਨਾਮ ਦੀ ਵਡਿਆਈ ਦਿੱਤੀ ਹੈ, ਸੋ ਨਿਤਾ ਪ੍ਰਤੀ ਸਵਾਈ ਚੜ੍ਹਦੀ ਹੈ। ਉਹਨਾਂ ਦੀ ਸੋਭਾ ਵਡਿਆਈ ਹੁੰਦੀ ਹੈ ਜੁਗਾਂ ਜੁਗਾਂ ਵਿੱਚ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਵੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰਿ ਰਾਖਿਆ ਉਰ ਤਾਰਾ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਇਆ, ਉਹਨਾਂ ਦੀ ਜੁਗਾਂ ਜੁਗਾਂ ਵਿੱਚ ਸੋਭਾ ਵਡਿਆਈ, ਕੋਈ ਮਿਟਾਵਣ ਵਾਲਾ।
ਹਰ ਭਗਤਾਂ ਨੋ ਥਿਰ ਘਰੀ ਬਹਾਲਿਆ, ਆਪਣੀ ਪੈਜ ਰਖਾਈ। ਮੇਰੇ ਵਾਹਿਗੁਰੂ ਨੇ ਭਗਤਾਂ ਨੂੰ ਚਿਤ ਕਰ ਘਰ ਵਿੱਚ ਬਿਠਾ ਲਿਆ ਹੈ। ਸਭੈ ਸੂ ਵਿੱਚ ਅਭੇਦ ਕੀਤਾ, ਆਪਣੀ ਪੈਜ ਜਾਣ ਕੇ ਭਗਤਾਂ ਦੀ ਪੈਜ ਰੱਖੀ ਹੈ। ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ, ਬਹੁ ਦੇਸ ਜਾਈ। ਭਾਈ ਨਿੰਦਕਾਂ ਦੇ ਪਾਸੋਂ ਮੇਰਾ ਵਾਹਿਗੁਰੂ ਲੇਖਾ ਮੰਗੇਗਾ, ਬਹੁਤ ਸਜ਼ਾ ਦੇਵੇਗਾ। ਵੀ ਭਾਈ ਸਾਹਿਬ ਦੇ ਵੀ ਬਚਨ ਨੇ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚਟੈ, ਸਪੈ ਦੁੱਧ ਪਿਆਲੀਐ ਬਿਹ ਮੁਖੋਂ ਸਟੈ, ਪੱਥਰ ਪਾਣੀ ਰੱਖੀਏ ਮਨ ਹਟ ਨਾ ਕਟੈ, ਚੋਆ ਚੰਦਨ ਪਰ ਹਰੈ ਖਰਖੇ ਪਲਟੈ। ਤਿਉ ਨਿੰਦਕ ਪਰ ਨਿੰਦਿਓ, ਤਿਉ ਨਿੰਦਕ ਪਰ ਨਿੰਦਕ, ਹਟ ਮੂਲ ਨਾ ਹਟੈ, ਆਪਨ ਹੱਥੀ ਆਪਣੀ ਜੜ ਆਪ ਉਪਟੈ। ਕੂਕਰ ਨੂੰ ਰਾਜ ਗੱਦੀ ਤੇ ਬਹਾਲ ਦੀਏ, ਚੱਕੀ ਚੱਟੇਗਾ, ਸੱਪ ਨੂੰ ਦੁੱਧ ਪਿਆਲੀਏ ਜ਼ਹਿਰ ਹੀ ਉਗਲੇਗਾ। ਕਦੇ ਇਹਨੂੰ ਚੰਦਨ ਦਾ ਲੇਪ ਕਰੀਏ ਖੇਹ ਵਿੱਚ ਲੇਟੇਗਾ। ਨਿੰਦਕ ਨੂੰ ਬੜਾ ਸਮਝਾਈਏ ਭਲਿਆ ਨਿੰਦਿਆ ਨਾ ਕਰ, ਪਰ ਉਹ ਨਹੀਂ ਹਟੇਗਾ। ਪੱਥਰ ਨੂੰ 100 ਸਾਲ ਜਲ ਵਿੱਚ ਰੱਖ ਦਈਏ, ਦਾ ਕਠੋਰ ਪੁਣਾ ਦੀ ਦੂਰ, ਐਸਾ ਨਿੰਦਕ ਦਾ ਹਾਲ। ਨਿੰਦਕ ਆਪਣੀ ਜੜ ਨੂੰ ਆਪ ਪੁੱਟ ਲੈਂਦਾ। ਇਹ ਬਾਬਾ ਜੀ ਨੇ ਬਚਨ ਕਰਨੇ, ਭਾਈ ਨਿੰਦਕ ਨੂੰ ਜ਼ਹਿਰ ਦੇਣ ਦੀ ਵੀ ਲੋੜ ਨਹੀਂ। ਉਹ ਅਣਖੁੰਦਾ ਪਾਪ ਆਪਣੇ ਸਿਰ 'ਤੇ ਲੈ ਰਿਹਾ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਨਿੰਦਕਾਂ ਦਾ ਇਹ ਹਾਲ ਹੁੰਦਾ। ਜਿਵੇਂ ਇੱਕ ਰਾਜਾ ਸੀ, ਬੜਾ ਧਰਮੀ ਰਾਜਾ। ਰਾਜੇ ਨੇ ਜੱਗ ਕੀਤਾ। ਜੱਗ ਵਿੱਚ ਬੜੇ ਬ੍ਰਾਹਮਣ ਆਦਿ ਜਗਤ ਦੇ ਲੋਕ ਆਏ, ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਹੋਏ। ਜਿਨ੍ਹਾਂ ਨੇ ਵੀ ਉਹ ਭੋਜਨ ਛਕਿਆ ਉਹ ਮ੍ਰਿਤੂ ਹੋ ਗਿਆ। ਪਰ ਉੱਥੇ ਦੋਸ਼ ਨਾ ਲਾਂਘਦੀਆਂ ਦਾ ਨਾ ਰਾਜੇ ਦਾ ਸੀ, ਕਿਸੇ ਦਾ ਦੋਸ਼ ਨਹੀਂ। ਕਿਉਂਕਿ ਇਹਨੇ ਆਈ ਜ਼ਹਿਰੀਲਾ ਸੱਪ ਕੜਾਹੇ ਵਿੱਚ ਡਿੱਗਿਆ, ਫਿਰ ਦੁਬਾਰਾ ਚੁੱਕਿਆ, ਸਭ ਤੇ ਪਦਾਰਥਾਂ ਵਿੱਚ ਛਿੱਟੇ ਪੈ ਗਏ, ਉਹ ਜ਼ਹਿਰ ਮਿਲ ਗਿਆ। ਪਰ ਪ੍ਰਤੀਤ ਕਿਸੇ ਨੂੰ ਨਾ ਹੋਇਆ, ਪ੍ਰਭੂ ਦੀ ਨੀਤ। ਰਾਜੇ ਨੇ ਰਾਜ ਭਾਗ ਛੱਡ ਦਿੱਤਾ, ਬੈਰਾਗੀ ਹੋ ਗਿਆ, ਘਣੇ ਜੰਗਲ ਵਿੱਚ ਚਲਾ ਗਿਆ ਕਿ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਸਮਾਂ ਬਤੀਤ ਹੋਇਆ। ਇੱਕ ਦਿਨ ਰਾਜੇ ਦੇ ਮਨ ਵਿੱਚ ਆਇਆ, ਕਿਉਂ ਨਾ ਸ਼ਹਿਰ ਵਿੱਚ ਜਾਵਾਂ, ਕੁਝ ਮੰਗ ਕੇ ਛਕ ਲਵਾਂ। ਜਦੋਂ ਪਹੁੰਚਿਆ ਇੱਕ ਘਰ, ਸੱਦ ਲਾਈ ਕਿ ਕੁਝ ਛਕਣਾ ਹੈ, ਪ੍ਰਸ਼ਾਦ ਕੁਝ ਮਿਲੇਗਾ। ਮਾਈ ਆਈ, ਮਾਈ ਨੇ ਦੇਖਿਆ ਇਹ ਤਾਂ ਉਹੀ ਰਾਜਾ ਹੈ ਜਿਸ ਰਾਜੇ ਨੇ ਜੱਗ ਕੀਤਾ ਸੀ। ਨੇਕਾਂ ਮ੍ਰਿਤੂ ਹੋ ਗਏ। ਉਸ ਮਾਈ ਨੇ ਬੜੇ ਕਬੋਲ ਬੋਲੇ, ਉਸ ਰਾਜੇ ਨੂੰ ਖਿਰਦਾ ਬਿੰਨਿਆ ਗਿਆ, ਕਿਉਂਕਿ ਰਾਜੇ ਦਾ ਕੋਈ ਦੋਸ਼ ਨਹੀਂ ਸੀ। ਰਾਜਾ ਵਾਪਸ ਘਣੇ ਜੰਗਲ ਵਿੱਚ ਚਲਾ ਗਿਆ, ਮਨ ਵਿਰਾਗ ਵਿੱਚ ਆਇਆ, ਪ੍ਰਭੂ ਦੀ ਯਾਦ ਵਿੱਚ ਜੁੜ ਗਿਆ ਜਾ ਕੇ। ਪਰ ਉਸ ਮਾਈ ਨੂੰ ਕੋੜ ਹੋ ਗਿਆ, ਕੁਝ ਦਿਨਾਂ ਵਿੱਚ ਹੀ ਉਹ ਮ੍ਰਿਤੂ ਹੋ ਗਈ। ਇਹ ਕਾਰਨ ਕੀ ਹੋਇਆ? ਕਿਉਂਕਿ ਉਹ ਨਿੰਦਿਆ ਕੀਤੀ। ਹਿਰਦੈ ਸੁਧ ਜੋ ਨਿੰਦਾ ਹੋਏ, ਖੰਮਰੇ ਕਪਰੇ ਨਿੰਦਕ ਤੋਏ। ਕਿਉਂਕਿ ਰਾਜੇ ਦਾ ਹਿਰਦਾ ਸ਼ੁੱਧ ਸੀ, ਨਹੀਂ ਕੋਈ ਪਾਪ ਨਹੀਂ ਕੀਤਾ ਸੀ, ਤਾਂ ਪ੍ਰਭੂ ਦੀ ਨੇਲ ਸੀ, ਦਾ ਫਲ ਉਸ ਨੂੰ ਲੱਗਿਆ। ਕਿਉਂਕਿ ਨਿੰਦਿਆ ਕਰਨੀ ਉਚਿਤ ਨਹੀਂ, ਭਲੀ ਨਹੀਂ। ਭਗਤ ਕਬੀਰ ਜੀ ਮਹਾਰਾਜ ਬੜੇ ਕਾਂਸੀ ਦੇ ਪੰਡਤ, ਬੜੀ ਨਿੰਦਿਆ ਕਰਦੇ ਸੀ। ਪਰ ਭਗਤ ਜੀ ਨੇ ਐਲਾਨਿਆ ਕਹਿ ਦਿੱਤਾ, ਨਿੰਦੋ ਨਿੰਦੋ ਲੋਗ ਮੋਕੋ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿ ਤਾਰੀ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿ ਤਾਰੀ। ਕਿਉਂਕਿ ਨਿੰਦਿਆ ਮੈਨੂੰ ਬੜੀ ਪਿਆਰੀ ਹੈ।
क्योंकि रब के जनां नूं ये पता है कि अनहोंदा भार निंदक अपने सिर ते लै दिया दा हिरदा शुद्ध होवे उसकी निंदिया होवे वो अनहोंदा भाव अपने सिर ते लैंदा है निंदक फिर उसका भला नहीं हुंदा। पातशाह फरमाउंदे ने निंदकां पासों खर लेखा मंग सी फिर रब मंगेगा लेखा लेखा रब मंगेसिया बैठा कढ़ बही क्योंकि बही ते लिखिया जाता है। बहुत देर सजाई फिर सज़ा भी वड्डी मिलती है कोई रियात नहीं होती। जे हा निंदक अपने जी कमावंदे ते हो फल पाई जे हा निंदक अपने जी कमावंदे ते हो फल पाई। निंदक जैसा अपने हिरदे विच कर्म करते ने कमावते ने तैसा फल भाई वो पाते ने। अंदर कमाना सर पर उगड़ा भावें कोई बह धरती बिच कमाई। पातशाह फरमाउंदे ने अंदर दा कमाया होया कर्म जरूर बाहर प्रगट हो जाता। वो कर्म जाहर हुंदा है प्रगट हुंदा है क्योंकि वो मालिक तो अपने हिरदे घर विच ही बैठा है। जग तो छुपा लवांगे उस प्रभु तो किवें छुपावांगे। अगों देखै पिछों देखै तुझ ते कहाँ छुपावै किवें छुपा लवेंगा उस मालिक तो जिसने तेनों साजिया रचिया अंदर भी बैठा है। इहो जग सच्चे की है कोठड़ी सच्चे का बिच वास वो बिच बैठा है। जगत ही वाहे गुरु का घर है। अंदर कमाना सब पर उगड़ा भावें कोई वह धरती बिच कमाए वो प्रगट हो जाता है। चाहे कोई पृथ्वी दे विच बैठ के भी करे वो जाहर होवेगा। जन नानक देख विगसिया हर की बड़ाई। पातशाह फरमाउंदे ने गुरु रामदास महाराज जी जन नानक देख विगसिया हर की बड़ाई मैं दास हरी दी बड़ाई देख के प्रफुल्त होया कि मेरा मालिक वड्डा है सच्चा न्याय करदा है। उत्थे कोई वड्डी दलाली नहीं चलती सच्चे परमेश्वर की दरगाह पौड़ी महला पंजोवा भगत जना का राखा हर आप है क्या पापी करिए। गुरु अर्जन देव महाराज उपदेश दिंदे ने प्यारिओ जो रब दे भगत हुंदे ने जिन्हां ने अपना आप समर्थ वाहे गुरु नूं अर्पण कर दिता तन मन धन गुरु नूं सौंपिया है। जपदे ने वाहे गुरु नूं टहल करदे ने गुरु नानक दी उन्हां दी रखिया मेरा वाहे गुरु आप स्वयं करदा आप रखिया कर और पापी की करेगा। जिसका मालिक आप रखण वाला उसनों कौन मारेगा। जिसका साह ही बड़ा डा होए तिसनों मार ना सकै कोई। कि राजा सी बड़ा धर्मी राजा सतसंगी भी बड़ा सी राजा। एक दिन विचार चली महात्मा नूं कहन लगे महाराज राजा महापुरुषो परिपूर्ण वाहिगुरु आप क्यों भगतां की रखिया करन वास्ते तत्काल आउंदा उहदे बड़े अहलकार वजीर ने वो क्यों नहीं आउंदे। महात्मा कहन लगे तैनूं दसांगे समा बतीत होया। महात्मा ने कहा सभा लावो बड़ा सतसंगी सी नदी दे कंढे ते सभा लाई गई नदी वगदी सी सभा लगी
ਇੱਕ ਰਾਜੇ ਦਾ ਛੋਟਾ ਬਾਲਕ ਸੀ। ਮਹਾਤਮਾ ਆਪ ਬਾਲਕ ਨੂੰ ਲੈ ਕੇ ਆਏ। ਉਹ ਬਾਲਕ ਐਸਾ ਕਾਗਜ਼ ਦਾ ਬਣਾ ਲਿਆ, ਪਰ ਪ੍ਰਤੀਤ ਹੋਵੇ ਕਿ ਰਾਜੇ ਦਾ ਪੁੱਤਰ ਹੈ। ਐਸੀ ਘਾਟ ਨਾਲ ਬਣਾਇਆ। ਰਾਜਾ ਬੜਾ ਪ੍ਰਸੰਨ ਹੋਇਆ ਕਿ ਮਹਾਤਮਾ ਨੇ ਮੇਰਾ ਬਾਲਕ ਗੋਦ ਵਿੱਚ ਚੁੱਕਿਆ ਹੈ। ਦੇਖਦਿਆਂ ਸਾਰ ਹੀ ਮਹਾਤਮਾ ਨੇ ਉਹ ਬਾਲਕ ਨਦੀ ਵਿੱਚ ਸੁੱਟ ਦਿੱਤਾ। ਰਾਜੇ ਨੇ ਤਤਕਾਲ ਛਾਲ ਮਾਰੀ ਤੋਂ ਬਾਹਰ ਕੱਢਿਆ ਉਹ ਕਾਗਜ਼। ਬੜਾ ਸ਼ਰਮਿੰਦਾ ਵੀ ਹੋਇਆ ਰਾਜਾ। ਫਿਰ ਮਹਾਤਮਾ ਕਹਿਣ ਲੱਗੇ, ਰਾਜਨ ਤੇਰੇ ਵਸਤਰ ਵੀ ਭਿੱਜ ਗਏ, ਤੂੰ ਕਿਉਂ ਛਾਲ ਮਾਰੀ? ਕਿੰਨੇ ਵਜ਼ੀਰ ਅਹਿਲਕਾਰ ਤੇਰੇ ਪਾਸ ਸੀ, ਤੂੰ ਇਹਨਾਂ ਨੂੰ ਕਹਿੰਦਾ? ਮਹਾਂਪੁਰਸ਼ੋ ਸਮਾਂ ਹੀ ਨਹੀਂ, ਮੇਰਾ ਬੜਾ ਪਿਆਰਾ ਬਾਲਕ ਸੀ, ਬੜਾ ਨੇਹੂ ਸੀ। ਮਹਾਤਮਾ ਕਹਿਣ ਲੱਗੇ, ਉਹ ਰੱਬ ਮੇਰਾ ਵਾਹਿਗੁਰੂ ਵੀ ਐਸਾ ਹੈ ਜੋ ਉਸਦੇ ਭਗਤ ਨੇ ਤੇ ਆਪ ਚੱਲ ਕੇ ਆਉਂਦਾ ਹੈ। ਉਹ ਤਤਕਾਲ ਆਪਣੀਆਂ ਭਗਤਾਂ ਪਿਆਰਿਆਂ ਦੀ ਇਸ ਤਰ੍ਹਾਂ ਰੱਖਿਆ ਕਰਦਾ ਹੈ, ਆਪ ਆਉਂਦਾ ਹੈ। ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਏ। ਗੁਮਾਨ ਕਰੇ ਮੂੜ ਗੁਮਾਨੀਆਂ, ਬਿਸ ਖਾਦੀ ਮਰੀਐ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜੋ ਮੂਰਖ ਗੁਮਾਨ ਕਹਿੰਦੇ ਨੇ ਹੰਕਾਰ, ਜੋ ਬੜਾ ਹੰਕਾਰ ਕਰਦੇ ਨੇ ਕਿ ਮੈਂ ਵੱਡਾ, ਮੈਂ ਇੰਝ ਮੈਂ ਇੰਝ, ਪਰ ਗੁਮਾਨ ਕਰਨੇ ਵਾਲੇ ਈਰਖਾ ਰੂਪੀ ਬਿੱਖ ਖਾਣ ਕਰਕੇ ਉਹ ਜਨਮਦੇ ਮਰਦੇ ਨੇ। ਕਿਉਂਕਿ ਈਰਖਾ ਵਿੱਚ ਵਿਚਰਨੇ ਵਾਦ ਵਿਵਾਦ ਦਿਨ ਰਾਤ ਉਹ ਸੜਦੇ ਰਹਿੰਦੇ ਨੇ। ਉਹਨਾਂ ਨੇ ਇਹ ਨਹੀਂ ਜਾਣਿਆ ਕਿ ਤਨ ਵਿੱਚ ਸਦੀਵੀ ਆਪਾਂ ਰਹਿਣਾ ਨਹੀਂ। ਹੰਕਾਰ ਉਸ ਵਾਹਿਗੁਰੂ ਨੂੰ ਭਾਉਂਦਾ ਨਹੀਂ। ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਹੀ। ਕਿਉਂਕਿ ਉਹ ਮੂਰਖ ਨੇ ਜੋ ਹੰਕਾਰ ਵਿੱਚ ਨੇ। ਆਏ ਲੱਗੇ ਨੀ ਦੇਹ ਥੋੜੜ, ਜਿਉਂ ਪੱਕਾ ਖੇਤ ਲੁਣੀਐ। ਪਾਤਸ਼ਾਹ ਫਰਮਾਉਂਦੇ ਨੇ, ਆਲ ਬਲਾ ਦੇ ਦਿਨ ਥੋੜ੍ਹੇ ਆ ਲੱਗੇ ਨੇ, ਰਹਿ ਗਏ ਨੇ। ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਜਵਾਨੀ ਚਲੀ ਗਈ, ਕਾਲਿਆਂ ਤੋਂ ਧੌਲੇ ਆ ਗਏ। ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਪਰ ਮਨ ਅਜੇ ਵੀ ਭਤੀਜਿਆ ਨਹੀਂ। ਐਸੇ ਮਨੁੱਖਾਂ ਦੀ ਬਹੁ ਗਿਣਤੀ ਹੈ, ਪਰ ਮਨ ਅਜੇ ਵੀ ਭਤੀਜਿਆ ਨਹੀਂ। ਅਜੇ ਵੀ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਵਿੱਚ ਵਿਚਰਦੇ ਨੇ। ਪਾਤਸ਼ਾਹ ਉਪਦੇਸ਼ ਦਿੰਦੇ ਨੇ, ਭਾਈ ਜੈਸੇ ਪੱਕਾ ਖੇਤ ਕੱਟਿਆ ਜਾਂਦਾ, ਜਿਵੇਂ ਜ਼ਿਮੀਂਦਾਰ ਕੱਟਦਾ ਹੈ, ਤੈਸੇ ਜਮਦੂਤ ਲੈ ਜਾਵਣਗੇ। ਕਿਉਂਕਿ ਜਾਣਾ ਤਾਂ ਵਸ਼ ਹੈ, ਫਿਰ ਕੀ ਜਵਾਬ ਦਵੇਂਗਾ। ਧਰਮ ਰਾਏ ਜਬ ਲੇਖਾ ਮਾਂਗੈ, ਤਬ ਕਿਆ ਮੁਖ ਲੈ ਕੇ ਜਾਹੇਗਾ। ਜੇ ਕਰਮ ਕਮਾਵੰਦੇ ਤੇਵੇ ਹੋ ਭਣੀਐ, ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਦਾ ਧਣੀਐ। ਪਾਤਸ਼ਾਹ ਫਰਮਾਉਂਦੇ ਨੇ, ਜੇ ਕਰਮ ਕਮਾਵੰਦੇ ਤੇਵੇ ਹੋ ਭਣੀਐ। ਭਾਈ ਜੈਸਾ ਕਰਮ ਜੀਵੇ ਮਨੁੱਖ ਜਗਤ ਵਿੱਚ ਕਮਾਉਂਦਾ ਹੈ, ਕਰਦਾ ਹੈ, ਤੈਸੇ ਹੀ ਕਹਿਆ ਜਾਂਦਾ ਹੈ। ਭਾਵ ਸਾਡਾ ਖਸਮ ਜੋ ਵੱਡਾ ਮਾਲਕ, ਉਹ ਸਭਨਾ ਦਾ ਮਾਲਕ ਹੈ, ਉਹ ਦਾਤਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮਰਾਜ ਦੇ ਹਜ਼ੂਰ ਫਿਰ ਵਿਚਾਰ ਹੁੰਦਾ ਪੁੰਨਾਂ ਤੇ ਪਾਪਾਂ ਦਾ। ਕਿਉਂਕਿ ਫਲ ਅਵਸ਼ ਉਹੀ ਮਿਲਦਾ ਜੈਸਾ ਕਰਮ ਦਾ ਬੀਜ ਆਪਾਂ ਬੀਜਾਂਗੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਸਵੱਛ ਨਿਰਮਲ ਕਰਮ ਕਰੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ। ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ, ਹੇ ਪਾਰ ਬ੍ਰਹਮ,